ਮਸੀਤ ਵਿੱਚ ਕੌਤਕ ਕਰਨਾ। ਭਾਈ ਬਾਲੇ ਨੇ ਕਿਹਾ, ਗੁਰੂ ਅੰਗਦ ਜੀ, ਜਦ ਸ੍ਰੀ ਗੁਰੂ ਜੀ ਨਵਾਬ ਸਮੇਤ ਮਸੀਤ ਵਿੱਚ ਚਲੇ ਗਏ ਤਾਂ ਹਿੰਦੂ ਲੋਕ ਬਾਹਰ ਖੜੇ ਵੇਖਣ ਵਾਲੇ ਪਰਮੇਸ਼ਰ ਦੀ ਆਰਾਧਨਾ ਕਰਦੇ ਹੋਏ ਕਹਿਣ ਲੱਗੇ ਕਿ ਪਰਮੇਸ਼ਰ ਹੀ ਪਤ ਰੱਖੇ। ਗੁਰੂ ਤੇ ਨਵਾਬ ਨੇ ਪਹਿਲਾਂ ਪਾਣੀ ਨਾਲ ਆਪਣਾ ਹੱਥ ਮੂੰਹ ਧੋਤਾ ਅਤੇ ਫਿਰ ਪਸ਼ਚਮ ਲਹਿੰਦੇ ਦਿਸ਼ਾ ਮੂੰਹ ਕਰਕੇ ਖੜੇ ਹੋ ਕੇ ਨਮਾਜ਼ ਪੜ੍ਹਨ ਲੱਗੇ। ਗੁਰੂ ਜੀ ਚੁੱਪ ਕਰਕੇ ਉਹਨਾਂ ਦੇ ਪਾਸ ਹੀ ਖੜੇ ਰਹੇ। ਨਮਾਜ਼ ਪੜ੍ਹ ਕੇ ਨਵਾਬ ਨੇ ਪੁੱਛਿਆ, ਤੁਸੀਂ ਖੜੇ ਕਿਉਂ ਰਹੇ? ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਗੁਰੂ ਜੀ ਨੇ ਕਿਹਾ, ਨਮਾਜ਼ ਕਿਸ ਨਾਲ ਪੜ੍ਹਦਾ? ਨਵਾਬ ਨੇ ਕਿਹਾ, ਮੇਰੇ ਨਾਲ। ਗੁਰੂ ਜੀ ਨੇ ਕਿਹਾ, ਤੁਸੀਂ ਭਾਵੇਂ ਖੜੇ ਤਾਂ ਇੱਥੇ ਸੀ, ਪਰ ਮਨ ਕਰਕੇ ਤੁਸੀਂ ਕੰਧਾਰ ਵਿੱਚ ਘੋੜੇ ਖਰੀਦ ਰਹੇ ਸੀ। ਜਿਸ ਮਨ ਨੇ ਨਮਾਜ਼ ਪੜ੍ਹਨੀ ਸੀ ਉਹ ਤਾਂ ਇੱਥੇ ਨਹੀਂ ਸੀ। ਮੈਂ ਨਮਾਜ਼ ਕਿਸ ਨਾਲ ਪੜ੍ਹਦਾ? ਕਾਜ਼ੀ ਨੇ ਕਿਹਾ, ਤੁਹਾਡੇ ਮਨ ਵਿੱਚ ਡਰ ਨਹੀਂ, ਤੁਸੀਂ ਨਵਾਬ ਦੇ ਸਾਹਮਣੇ ਝੂਠ ਬੋਲ ਰਹੇ ਹੋ। ਨਵਾਬ ਨੇ ਝੱਟ ਹੀ ਕਾਜ਼ੀ ਨੂੰ ਕਿਹਾ, ਨਹੀਂ, ਨਾਨਕ ਜੀ ਸੱਚ ਬੋਲ ਰਹੇ ਹਨ। ਸਿਜਦੇ ਸਮੇਂ ਮੇਰਾ ਮਨ ਠੀਕ ਹੀ ਕੰਧਾਰ ਗਿਆ ਹੋਇਆ ਸੀ। ਕਾਜ਼ੀ ਨੇ ਕਿਹਾ, ਨਵਾਬ ਜੀ, ਤੁਹਾਡਾ ਮਨ ਕੰਧਾਰ ਗਿਆ ਹੋਇਆ ਸੀ ਤਾਂ ਇਸ ਨੇ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਮੈਂ ਤਾਂ ਪੂਰੀ ਤਰ੍ਹਾਂ ਨਮਾਜ਼ ਪੜ੍ਹੀ ਹੈ। ਗੁਰੂ ਜੀ ਕਿਹਾ, ਕਾਜ਼ੀ ਜੀ, ਤੁਸੀਂ ਨਮਾਜ਼ ਠੀਕ ਅਦਾ ਕੀਤੀ ਹੈ। ਖੜੇ ਤੁਸੀਂ ਇੱਥੇ ਸੀ ਤੇ ਮਨ ਤੁਹਾਡਾ ਘਰ ਸੀ ਕਿ ਅੱਜ ਘੋੜੀ ਨੇ ਜੋ ਵਛੇਰਾ ਦਿੱਤਾ ਹੈ ਉਹ ਵਿਹੜੇ ਦੇ ਟੋਏ ਵਿੱਚ ਨਾ ਡਿੱਗ ਪਵੇ। ਉਸ ਵਛੇਰੇ ਦੇ ਨਾਲ ਹੀ ਤੁਹਾਡਾ ਮਨ ਭੱਜਾ ਫਿਰਦਾ ਸੀ। ਗੁਰੂ ਜੀ ਦੇ ਬਚਨ ਸੁਣ ਕੇ ਨਵਾਬ ਨੇ ਹੱਸ ਕੇ ਕਾਜ਼ੀ ਨੂੰ ਪੁੱਛਿਆ, ਇਹ ਗੱਲ ਠੀਕ ਹੈ? ਕਾਜ਼ੀ ਕਿਹਾ, ਹਾਂ, ਜੋ ਇਹਨਾਂ ਕਿਹਾ ਸੱਚ ਹੈ। ਇਹ ਗੱਲ ਕਾਜ਼ੀ ਦੀ ਸੁਣ ਕੇ ਨਵਾਬ ਹੈਰਾਨ ਪਰੇਸ਼ਾਨ ਹੋ ਗਿਆ ਅਤੇ ਗੁਰੂ ਜੀ ਦੇ ਚਰਨ ਫੜ ਕੇ ਆਖਿਆ ਕਿ ਅਸੀਂ ਤੁਹਾਡੀ ਮਹਿਮਾ ਨਹੀਂ ਜਾਣੀ, ਤੁਸੀਂ ਖੁਦਾ ਦਾ ਰੂਪ ਹੋ। ਮੈਂ ਜੋ ਤੁਹਾਨੂੰ ਕਿਹਾ ਸੀ ਉਹ ਅਣਜਾਣਪੁਣੇ ਵਿੱਚ ਕਿਹਾ ਸੀ। ਉਸ ਦੀ ਮਾਫੀ ਦੇ ਦਿਓ, ਮੇਰੇ ਗੁਨਾਹ ਮਾਫ ਹੋ। ਮੇਰਾ ਮਨ ਵਿਸ਼ਿਆਂ ਦੇ ਅਧੀਨ ਹੈ, ਇਸ ਅਮੋੜ ਮਨ ਨੂੰ ਵਸ ਕਰ ਦਿਓ। ਸਤਿਗੁਰੂ ਜੀ ਨੇ ਨਵਾਬ ਦੀ ਸ਼ਰਧਾ ਵੇਖ ਕੇ ਉਸ ਨੂੰ ਆਖਿਆ, ਖਾਨ ਜੀ, ਕੰਨ ਦੇ ਕੇ ਧਿਆਨ ਨਾਲ ਸੁਣੋ। ਇਹ ਮਨ ਬੜਾ ਚੰਚਲ ਹੈ, ਇਸ ਨੂੰ ਰੋਕਣਾ ਕਠਿਨ ਹੈ, ਪਰ ਜੇ ਰੁਕ ਜਾਵੇ ਤਾਂ ਫਿਰ ਇਸ ਦਾ ਕੋਈ ਮੁੱਲ ਹੀ ਨਹੀਂ ਹੈ। ਇਸ ਨੂੰ ਰੋਕਣ ਬਿਨਾਂ ਪੜ੍ਹਨਾ ਸੁਣਨਾ ਸਭ ਵਿਅਰਥ ਹੈ, ਕਿਉਂਕਿ ਇਸ ਤਰ੍ਹਾਂ ਮਨ ਵਿੱਚ ਪ੍ਰੇਮ ਨਹੀਂ ਉਪਜਦਾ ਤੇ ਗੁਣਹੀਨ ਹੀ ਰਹਿੰਦਾ ਹੈ। ਜਿਵੇਂ ਪਾਰਾ ਉਂਗਲੀ ਹੇਠਾਂ ਕਾਬੂ ਨਹੀਂ ਰਹਿੰਦਾ, ਪਰ ਜਦ ਉਸ ਨੂੰ ਮਾਰਨ ਵਾਲੀ ਦਵਾਈ ਮਿਲ ਜਾਵੇ ਤਾਂ ਇਸ ਨੂੰ ਮਾਰ ਕੇ ਥਿਰ ਕਰ ਦਿੰਦੀ ਹੈ। ਇਸੇ ਤਰ੍ਹਾਂ ਇਹ ਮਨ ਪੂਰੇ ਸਤਿਗੁਰੂ ਜੀ ਦੇ ਮਿਲ ਜਾਣ ਕਰਕੇ ਸਥਿਰਤਾ ਧਾਰਨ ਕਰ ਲੈਂਦਾ ਹੈ। ਗੁਰੂ ਜੀ ਨੇ ਕਿਹਾ, ਨਵਾਬ ਜੀ, ਰਾਗ ਦਵੈਖ ਮਲ ਪਰ ਹਰ ਹੈ ਭਾਣਾ ਪ੍ਰਭ। ਰਾਗ ਦਵੇਖ ਮਲ ਪਰ ਹਰ ਹੈ ਭਾਣਾ ਪ੍ਰਭੂ ਕੋ ਮਨ। ਸਿਮਰ ਨਾਮ ਕਰਤਾਰ ਕੋ ਰਹੋ ਜਨਮ ਨਿਜ ਧਨ। ਅਰਥਾਤ ਰਾਗ ਦੇ ਦਵੈਖ ਦੀ ਮੈਲ ਨੂੰ ਮਨ ਤੋਂ ਦੂਰ ਕਰਕੇ ਪ੍ਰਭੂ ਦਾ ਭਾਣਾ ਮੰਨੋ ਅਤੇ ਪ੍ਰਭੂ ਦੇ ਨਾਮ ਨੂੰ ਸਿਮਰ ਕਰਕੇ ਆਪਣਾ ਜਨਮ ਧਨਤਾ ਜੋਗ ਕਰੋ। ਨਵਾਬ ਨੇ ਸਤਿਗੁਰੂ ਜੀ ਦੇ ਇਹ ਹਿੱਤ ਉਪਦੇਸ਼ ਦੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਲਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੇ 760 ਰੁਪਏ ਮੂਲ ਚੰਦ ਕਹਿੰਦਾ ਹੈ ਕਿ ਉਸ ਨੂੰ ਦੇ ਦਿਓ, ਪਰ ਤੁਸੀਂ ਜਿਸ ਤਰ੍ਹਾਂ ਹੁਕਮ ਕਰੋ ਉਸ ਤਰ੍ਹਾਂ ਹੀ ਕੀਤਾ ਜਾਵੇ। ਸਤਿਗੁਰੂ ਜੀ ਨੇ ਕਿਹਾ, ਅਸਾਂ ਜੋ ਕਹਿਣਾ ਸੀ ਕਹਿ ਦਿੱਤਾ ਹੋਇਆ ਹੈ, ਹੁਣ ਜਿਵੇਂ ਤੁਹਾਡੀ ਮਰਜ਼ੀ ਹੈ ਕਰੋ। ਨਵਾਬ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਅੱਧਾ ਧਨ ਫਕੀਰਾਂ ਨੂੰ ਤੇ ਅੱਧਾ ਮੂਲ ਚੰਦ ਨੂੰ ਦੇ ਦਿੱਤਾ ਜਾਵੇ। ਗੁਰੂ ਜੀ ਨੇ ਕਿਹਾ, ਜਿਸ ਤਰ੍ਹਾਂ ਤੁਹਾਡੇ ਮਨ ਵਿੱਚ ਆਇਆ ਹੈ ਤਿਵੇਂ ਹੀ ਕਰੋ, ਤੁਹਾਨੂੰ ਕੋਈ ਨਹੀਂ ਹਟਾਵੇਗਾ। ਗੁਰੂ ਜੀ ਇਹ ਗੱਲ ਆਖ ਕੇ ਮਸੀਤ ਤੋਂ ਬਾਹਰ ਆ ਗਏ ਅਤੇ ਨਿਧਾ ਬ੍ਰਾਹਮਣ ਦੌੜ ਕੇ ਜੈ ਰਾਮ ਜੀ ਪਾਸ ਘਰ ਚਲਿਆ। ਜਦ ਨਿਧੇ ਸਾਰਾ ਹਾਲ ਜੈ ਰਾਮ ਜੀ ਨੂੰ ਦੱਸਿਆ ਤਾਂ ਜੈ ਰਾਮ ਜੀ ਸੁਣ ਕੇ ਬੜੇ ਪ੍ਰਸੰਨ ਹੋਏ। ਬੇਬੇ ਨਾਨਕੀ ਜੀ ਨੇ ਨਿਧੇ ਨੂੰ ਪੁੱਛਿਆ, ਭਰਾਤਾ ਜੀ ਹੁਣ ਕਿੱਥੇ ਹਨ? ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਤੁਲਸਾ ਦਾਸੀ ਨੇ ਦੱਸਿਆ ਕਿ ਬੇਬੇ ਜੀ ਗੁਰੂ ਜੀ ਆਏ ਹਨ। ਗੁਰੂ ਜੀ ਦਾ ਆਉਣਾ ਸੁਣ ਕੇ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ ਇਉਂ ਜਾਪੇ ਜਿਵੇਂ ਖੁਸ਼ੀ ਦਾ ਚੰਦ ਚੜ੍ਹ ਗਿਆ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਅਰ ਬਿੰਦ ਬਦਨ ਬੇਲੋਕ ਕੈ ਦਮ ਬੰਧਨ ਕੀਨ। ਚਿੰਤਾ ਚਿੱਤ ਤੇ ਖੀਨ ਹੈ ਆਨੰਦ ਮਹਿ ਭੇ ਪੀਨ। ਅਰਥਾਤ ਕੰਵਰ ਵਰਗਾ ਮੁਖੜਾ ਵੇਖ ਕੇ ਦੋਹਾਂ ਇਸਤਰੀ ਭਰਤੇ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਦੋਹਾਂ ਦੀ ਚਿੰਤਾ ਦੂਰ ਹੋ ਗਈ ਅਤੇ ਖੁਸ਼ੀ ਵਿੱਚ ਫੁੱਲ ਗਏ। ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੇ ਪੁੱਛਿਆ, ਭਰਾ ਜੀ, ਸਾਨੂੰ ਛੇਤੀ ਦਿਓ ਕਿ ਮਸੀਤ ਵਿੱਚ ਕੀ ਕੁਝ ਬੀਤਿਆ। ਗੁਰੂ ਜੀ ਨੇ ਕਿਹਾ, ਜੋ ਬੀਤ ਗਈ
ਉਸ ਦੀ ਹੁਣ ਕੀ ਵਿਚਾਰ ਕਰਨੀ ਹੈ। ਜਿਹੜੇ ਲੋਕ ਉਸ ਸਮੇਂ ਸਾਡੇ ਪਾਸ ਸਨ ਉਹਨਾਂ ਨੇ ਸਭ ਕੁਝ ਤੁਹਾਨੂੰ ਦੱਸ ਹੀ ਦਿੱਤਾ ਹੋਵੇਗਾ। ਪਰ ਜੈ ਰਾਮ ਜੀ ਨੇ ਹੱਥ ਜੋੜ ਕੇ ਆਖਿਆ, ਫਿਰ ਵੀ ਤੁਸੀਂ ਆਪਣੀ ਜ਼ਬਾਨੀ ਜੋ ਕੁਝ ਉੱਥੇ ਬੀਤਿਆ ਹੈ ਸਾਨੂੰ ਸੁਣਾਓ, ਕਿਉਂਕਿ ਜੇ ਕੋਈ ਹੋਰ ਸਾਨੂੰ ਪੁੱਛੇਗਾ ਤਾਂ ਉਸ ਨੂੰ ਕੀ ਦੱਸਾਂਗੇ। ਸਾਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾ ਕੇ ਪ੍ਰਸੰਨਤਾ ਬਖਸ਼ੋ। ਤਦ ਗੁਰੂ ਜੀ ਨੇ ਜੋ ਕੁਝ ਮਸੀਤ ਵਿੱਚ ਬੀਤਿਆ ਸੀ ਸਾਰਾ ਹਾਲ ਸੁਣਾਇਆ ਅਤੇ ਇਹ ਵੀ ਦੱਸਿਆ ਕਿ ਨਵਾਬ ਨੇ ਅੱਧਾ ਰੁਪਈਆ ਸ੍ਰੀ ਚੰਦ ਨੂੰ ਅਤੇ ਅੱਧਾ ਫਕੀਰਾਂ ਨੂੰ ਦਾਨ ਦੇਣ ਵਾਸਤੇ ਆਖ ਕੇ ਉਹ ਆਪਣੇ ਘਰ ਨੂੰ ਚਲਿਆ ਗਿਆ ਹੈ ਤੇ ਅਸੀਂ ਤੁਹਾਡੇ ਆ ਗਏ ਹਾਂ। ਇਸ ਨੂੰ ਭਾਵੇਂ ਚੰਗੀ ਸਮਝੋ ਤੇ ਭਾਵੇਂ ਮਾੜੀ। ਚਾਰ ਵਰਨਾਂ ਦੇ ਜਿਹੜੇ ਲੋਕ ਉੱਥੇ ਜੁੜੇ ਹੋਏ ਸਨ ਉਹ ਸਾਰੇ ਇਹ ਗੱਲਾਂ ਸੁਣ ਕੇ ਨਵਾਬ ਤੇ ਕਾਜ਼ੀ ਨਾਲ ਬਹੁਤ ਹੱਸਦੇ ਸਨ। ਜਦ ਇਹ ਸਭ ਕੁਝ ਸੁਣ ਕੇ ਜੈ ਰਾਮ ਜੀ ਬਹੁਤ ਖੁਸ਼ ਹੋਏ ਤਾਂ ਬੇਬੇ ਨਾਨਕੀ ਜੀ ਨੇ ਕਿਹਾ, ਸੁਆਮੀ ਜੀ ਤੁਹਾਨੂੰ ਹੁਣ ਪ੍ਰਤੀਤ ਆਈ ਹੈ ਕਿ ਨਹੀਂ? ਤੁਸੀਂ ਚਿੰਤਾ ਦੇ ਧੀਰਜ ਨਹੀਂ ਸੀ ਧਰਦੇ। ਉੱਠੋ, ਹੁਣ ਭੋਜਨ ਤਿਆਰ ਹੈ, ਭੋਜਨ ਛਕੀਏ, ਫਿਰ ਕਦੀ ਭੁੱਲ ਕੇ ਵੀ ਭਰਮ ਨਾ ਕਰਨਾ। ਬਾਲਾ ਕਹਿਣ ਲੱਗਾ, ਹੇ ਗੁਰੂ ਅੰਗਦ ਜੀ, ਜੈ ਰਾਮ ਜੀ ਨੇ ਬਹੁਤ ਵਾਰ ਆਖ ਕੇ ਗੁਰੂ ਨਾਨਕ ਜੀ ਨੂੰ ਆਪਣੇ ਨਾਲ ਭੋਜਨ ਛਕਣ ਵਾਸਤੇ ਤਿਆਰ ਕਰ ਲਿਆ ਅਤੇ ਗੁਰੂ ਜੀ ਨੇ ਮੈਨੂੰ ਵੀ ਨਾਲ ਲੈ ਲਿਆ। ਮੈਂ, ਗੁਰੂ ਅਤੇ ਜੈ ਰਾਮ ਜੀ ਰਸੋਈ ਵਿੱਚ ਜਾ ਬੈਠੇ। ਬੇਬੇ ਨਾਨਕੀ ਜੀ ਨੇ ਬੜੀ ਸਵਾਦੀ ਅੰਮ੍ਰਿਤ ਭੋਜਨ ਪਰੋਸ ਕੇ ਸਾਨੂੰ ਛਕਾਏ। ਭੋਜਨ ਛਕ ਕੇ ਗੁਰੂ ਜੀ ਪਲੰਘ ਉੱਤੇ ਬਿਰਾਜਮਾਨ ਹੋ ਗਏ। ਮਾਤਾ ਸੁਲੱਖਣੀ ਜੀ ਨੇ ਪੇਕੇ ਜਾਣਾ। ਭਾਈ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਗੁਰੂ ਜੀ ਅਜੇ ਆਪਣੀ ਭੈਣ ਜੀ ਦੇ ਘਰ ਹੀ ਰਹਿੰਦੇ ਸਨ ਕਿ ਇੱਕ ਦਿਨ ਮੂਲ ਚੰਦ ਜੀ ਤੇ ਚੰਦੋ ਰਾਣੀ ਗੁਰੂ ਜੀ ਦਾ ਸਹੁਰਾ ਤੇ ਸੱਸ ਦੋਵੇਂ ਜਣੇ ਆ ਗਏ। ਆਪ ਜੀ ਦਾ ਫਕੀਰਾਂ ਵਾਲਾ ਭੇਸ ਵੇਖ ਕੇ ਗੁੱਸੇ ਨਾਲ ਕਹਿਣ ਲੱਗੇ, ਤੂੰ ਸਾਧੂ ਬਾਣਾ ਧਾਰ ਕੇ ਸੰਸਾਰ ਵਿੱਚ ਸਾਧ ਬਣਿਆ ਫਿਰਦਾ ਹੈ, ਪਰ ਇਹ ਦੋ ਪੁੱਤਰ ਤੇ ਤੇਰੀ ਇਸਤਰੀ ਦਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ? ਤੂੰ ਸਾਨੂੰ ਦੁੱਖ ਦੇਣ ਵਾਸਤੇ ਬੋਦੀ ਵਾਲਾ ਤਾਰਾ ਪੈਦਾ ਹੋਇਆ। ਜੇ ਤੂੰ ਇਸ ਤਰ੍ਹਾਂ ਫਕੀਰ ਹੀ ਹੋ ਜਾਣਾ ਸੀ ਤਾਂ ਫਿਰ ਵਿਆਹ ਕਿਉਂ ਕਰਵਾਇਆ? ਸਾਰਾ ਧਨ ਨਾਸ ਕਰਕੇ ਹੁਣ ਘਰ ਅਜਾੜੂ ਸਾਧੂ ਬਣ ਗਿਆ ਹੈ ਤੇ ਜੇ ਉਹ ਧਨ ਸਾਂਭ ਕੇ ਰੱਖਿਆ ਹੁੰਦਾ ਤਾਂ ਸ੍ਰੀ ਚੰਦ ਹੋਰਾਂ ਦੇ ਕੰਮ ਆਉਂਦਾ। ਪਰ ਤੈਨੂੰ ਦੋਹਰਾ ਪੈ ਪਰਮੇਸ਼ਰ ਕੋ ਨਹੀਂ ਲਗ ਸੁਤ ਜਾਉ ਨਾ, ਚੰਦੋ ਰਾਣੀ ਭਨਤ ਪੁੰਨ ਕ੍ਰੋਧ ਕੀਏ ਮਨ ਮਹਾ। ਅਰਥਾਤ ਤੇਰੇ ਮਨ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੈ। ਤੂੰ ਆਪਣੇ ਛੋਟੇ ਪੁੱਤਰਾਂ ਵੱਲ ਨਹੀਂ ਵੇਖਦਾ ਕਿ ਉਹ ਜਗਤ ਵਿੱਚ ਕਿਸ ਆਸਰੇ ਰਹਿਣਗੇ। ਚੰਦੋ ਰਾਣੀ ਕ੍ਰੋਧ ਨਾਲ ਬੋਲੀ ਕਿ ਤੂੰ ਇਹ ਕੀ ਕੀਤਾ ਹੈ? ਜਦ ਕੁਟੁੰਬ ਵੱਧ ਗਿਆ ਤਾਂ ਤੂੰ ਫਕੀਰੀ ਧਾਰਨ ਕਰ ਲਈ ਹੈ। ਤੇਰੇ ਪਾਸ ਬੜਾ ਵੱਡਾ ਖਾਨਾ ਸੀ ਜਿੱਥੋਂ ਬਹੁਤ ਧਨ ਮਿਲਦਾ ਸੀ, ਪਰ ਤੂੰ ਸਭ ਕਾਰ ਵਿਹਾਰ ਛੱਡ ਕੇ ਕੰਗਾਲਾਂ ਵਾਂਗੂ ਤੁਰਿਆ ਫਿਰਦਾ ਹੈ। ਚੰਗੀਆਂ ਸੇਜਾਂ ਦਾ ਸੌਣਾ ਛੱਡ ਕੇ ਮਸਾਣਾਂ ਦੇ ਘੱਟੇ ਮਿੱਟੀ ਵਿੱਚ ਪਿਆ ਰਹਿੰਦਾ ਹੈ। ਇਸ ਦੇ ਉੱਤਰ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਮਾਰੂ ਮਹੱਲਾ ਪਹਿਲਾ। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੇ ਲੇਖ ਲਿਖਾਇਆ। ਲਿਖਦਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਮੂਰਖ ਮਨ ਕਾਹੇ ਕਰ ਸਹਿਮਾਣਾ, ਉੱਠ ਚੱਲਣਾ ਖਸਮੇ ਭਾਣਾ ਰਹਾਓ। ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨਾ ਕੋਈ। ਕਿਛ ਖਾਜੇ ਕਿਛ ਧਰ ਜਾਈਏ, ਜੇ ਬਾਹੜ ਦੁਨੀਆ ਆਈਐ। ਸੱਜ ਕਾਇਆ ਪਟ ਹੰਡਾਏ, ਫੁਰਮਾਈ ਸੀ ਬਹੁਤ ਚਲਾਏ। ਘਰ ਸੇਜ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ। ਘਰ ਕੁਮਾਨ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਭਾਉ ਬੇੜਾ ਜਿਉ ਚੜਾਉ, ਕਹੋ ਨਾਨਕ ਦੇਵੇ ਕਾਹੂ। ਅਰਥਾਤ ਮਾਤਾ ਪਿਤਾ ਦੇ ਸੰਜੋਗ ਕਰਕੇ ਇਹ ਸਰੀਰ ਬਣਦਾ ਹੈ। ਉਸ ਕਰਤਾ ਪੁਰਖ ਨੇ ਇਸ ਦੇ ਕਰਮ ਲਿਖ ਕੇ ਜੋ ਕੁਝ ਮਾਨ ਵਡਿਆਈ ਤੇ ਧਨ ਪਦਾਰਥ ਇਸ ਨੂੰ ਪ੍ਰਾਪਤ ਹੋਣੀ ਸੀ ਸਭ ਲਿਖ ਦਿੱਤੀ। ਮਾਇਆ ਨੇ ਇਸ ਦੀ ਬੁੱਧੀ ਨਸ਼ਟ ਕਰ ਦਿੱਤੀ ਹੈ। ਹੇ ਮੂਰਖ ਮਨ, ਮਾਨ ਕਿਸ ਚੀਜ਼ ਦਾ ਕਰਦਾ ਹੈ? ਜਦ ਮਾਲਕ ਦੀ ਇੱਛਾ ਹੋਈ ਤਦੋਂ ਹੀ ਤੂੰ ਉੱਠ ਕੇ ਇਸ ਸੰਸਾਰ ਤੋਂ ਤੁਰ ਪਵੇਂਗਾ। ਰਸਦਾਇਕ ਸਵਾਦਲੇ ਪੁੰਨ ਤੇ ਘਰ ਮਕਾਨ ਛੱਡ ਕੇ ਤੁਰ ਜਾਣਾ ਹੈ। ਜੇ ਵਾਪਸ ਜਗਤ ਵਿੱਚ ਆਉਣਾ ਹੁੰਦਾ ਤਾਂ ਕੁਝ ਖਾ ਪੀ ਲੈਂਦੇ ਤੇ ਕੁਝ ਪਿੱਛੇ ਰੱਖ ਜਾਂਦੇ, ਪਰ ਜੋ ਜਾਂਦਾ ਹੈ ਉਸ ਨੇ ਮੁੜ ਕੇ ਇਸ ਸਰੀਰ ਵਿੱਚ ਨਹੀਂ ਆਉਣਾ ਹੁੰਦਾ। ਸਰੀਰ ਨੂੰ ਸ਼ਿੰਗਾਰ ਕੇ ਰੇਸ਼ਮ ਹੰਡਾਇਆ, ਬਹੁਤ ਲੋਕਾਂ ਤੇ ਹੁਕਮ ਕੀਤੇ, ਸੁੰਦਰ ਸੇਜਾਂ ਉੱਤੇ ਸੁੱਤਾ, ਪਰ ਨਾਮ ਨਾ ਜਪਿਆ। ਜਦ ਜੰਮੀਆਂ ਬੇੜੀਆਂ ਹੱਥਾਂ ਨੂੰ ਪੈਣੀਆਂ ਹਨ ਤਾਂ ਫਿਰ ਇਹ ਰੋਂਦਾ ਕਿਉਂ ਹੈ? ਹੇ ਭਾਈ, ਇਹ ਘਰ ਘੁੰਮਣ ਘੇਰੀ ਹੈ। ਪਾਪਾਂ ਨਾਲ ਪੱਥਰ ਵਾਂਗੂ ਭਾਰਾ ਹੋਇਆ ਇਹ ਜੀਵ ਇਸ ਘੁੰਮਣ ਘੇਰੀ ਵਿੱਚੋਂ ਪਾਰ ਨਹੀਂ ਹੋ ਸਕਦਾ। ਪਰਮੇਸ਼ਰ ਦੇ ਭਾਉ ਰੂਪੀ ਨਾਮ ਦੇ ਬੇੜੇ ਉੱਤੇ ਜੇ ਕੋਈ ਚੜ੍ਹੇ ਤਾਂ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ।
ਇਹ ਸ਼ਬਦ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਵਜੋਂ ਉਚਾਰਨ ਕੀਤਾ ਸੀ, ਪਰ ਮੂਲ ਚੰਦ ਤੇ ਚੰਦੋ ਰਾਣੀ ਨੂੰ ਇਸ ਦਾ ਤੁੱਛ ਮਾਤਰ ਵੀ ਅਸਰ ਨਾ ਹੋਇਆ। ਜਿਵੇਂ ਸੂਮ ਨੂੰ ਕਿਤਨਾ ਹੀ ਉਪਦੇਸ਼ ਦਈਏ, ਉਹ ਧਨ ਨੂੰ ਛੱਡਣਾ ਨਹੀਂ ਕਰਦਾ, ਅਤੇ ਇਸਤਰੀ ਦੇ ਪ੍ਰੇਮੀ ਪੁਰਸ਼ ਨੂੰ ਭਾਵੇਂ ਕਿਤਨੀ ਸਿੱਖਿਆ ਦਈਏ, ਉਹ ਉਸ ਨੂੰ ਤਿਆਗਣਾ ਨਹੀਂ ਕਰਦਾ। ਤਿਵੇਂ ਹੀ ਮੂਲ ਚੰਦ ਤੇ ਚੰਦੋ ਰਾਣੀ ਤੇ ਇਹ ਸਿੱਖਿਆ ਦਾ ਕੋਈ ਅਸਰ ਹੋਇਆ। ਚੰਦੋ ਰਾਣੀ ਕਹਿਣ ਲੱਗੀ, ਜੇ ਇਹੋ ਕੁਝ ਕਰਨਾ ਸੀ ਤਾਂ ਫਿਰ ਇਹ ਪਹਿਲਾਂ ਕਿਉਂ ਨਾ ਵਿਚਾਰ ਕੀਤੀ। ਹੁਣ ਘਰ ਦਾ ਬਹੁਤ ਖਰਚ ਵੇਖ ਕੇ ਫਕੀਰੀ ਧਾਰਨ ਕਰ ਲਈ ਹੈ। ਜੇ ਮੈਂ ਜਾਣਦੀ ਕਿ ਮੇਰੀ ਧੀ ਨੂੰ ਇਹ ਬਿਪਤਾ ਪੈਣੀ ਹੈ ਤਾਂ ਮੈਂ ਉਸ ਦਾ ਵਿਆਹ ਹੀ ਨਾ ਕਰਦੀ। ਸਾਡੇ ਖੋਟੇ ਭਾਗ ਹਨ ਜੋ ਧੀ ਦਾ ਦੁੱਖ ਅਸੀਂ ਵੇਖ ਰਹੇ ਹਾਂ। ਤੇਰੇ ਮਨ ਵਿੱਚ ਰਤਾ ਭਰ ਪਰਮੇਸ਼ਰ ਦਾ ਡਰ ਨਹੀਂ ਹੈ। ਇਹਨਾਂ ਮਾਸੂਮ ਬੱਚਿਆਂ ਨੂੰ ਕੌਣ ਪਾਲੇਗਾ? ਉਹਨਾਂ ਦਾ ਕਿਹੜਾ ਆਸਰਾ ਹੈ? ਇਹਨਾਂ ਪੁੱਤਰਾਂ ਵਾਸਤੇ ਹੀ ਤਾਂ ਹਰ ਕੋਈ ਸਾਰੇ ਯਤਨ ਕਰਦਾ ਹੈ, ਪਰ ਤੂੰ ਹੁਣੇ ਹੀ ਇਹਨਾਂ ਨੂੰ ਅਨਾਥ ਕਰਕੇ ਦੁੱਖ ਦੇਣ ਵਾਸਤੇ ਸਾਧ ਬਣ ਗਿਆ ਹੈ। ਇਸ ਪ੍ਰਥਾਏ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਪੁੱਤਰਨ ਕੇ ਹਿਤ ਨਰ ਸਭੈ ਕਰ ਹੈ ਅਨਿਕ ਪ੍ਰਯਾਸ, ਤਿਨ ਕੋ ਅਭੇ ਅਨਾਥ ਕਰ ਸਾਧ ਬਨਾ ਦੁਖ ਰਾਸ। ਪਹਿਲਾਂ ਤਾਂ ਤੂੰ ਹੁਣ ਸਭ ਕੁਝ ਫਕੀਰਾਂ ਨੂੰ ਲੁਟਾ ਦਿੱਤਾ, ਹੁਣ ਇਹ ਜੋ 760 ਬਾਕੀ ਹਨ ਇਹੀ ਆਪਣੀ ਇਸਤਰੀ ਨੂੰ ਦਬਾ ਦੇ। ਇਸ ਵਿੱਚੋਂ ਦਾ ਫਕੀਰਾਂ ਨੂੰ ਕਿਉਂ ਦਿੰਦਾ ਹੈ? ਇਹ ਸਾਰੀਆਂ ਗੱਲਾਂ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਵੀ ਚੁੱਪ ਕੇ ਸੁਣਦੇ ਰਹੇ। ਚੰਦੋ ਰਾਣੀ ਨੂੰ ਕਿਸੇ ਨੇ ਕੋਈ ਉੱਤਰ ਨਾ ਦਿੱਤਾ। ਇੰਨੇ ਚਿਰ ਨੂੰ ਨਵਾਬ ਦੌਲਤ ਖਾਨ ਨੇ 380 ਰੁਪਏ ਆਪਣੇ ਨੌਕਰ ਹੱਥ ਜੈ ਰਾਮ ਜੀ ਨੂੰ ਭੇਜ ਦਿੱਤੇ, ਅਤੇ ਜੈ ਰਾਮ ਜੀ ਨੇ ਉਸੇ ਸਮੇਂ ਇਹ ਰੁਪਏ ਸ਼੍ਰੀ ਸੁਲੱਖਣੀ ਜੀ ਨੂੰ ਦੇ ਦਿੱਤੇ। ਬਾਕੀ ਦੇ 380 ਰੁਪਏ ਨਵਾਬ ਨੇ ਫਕੀਰਾਂ ਨੂੰ ਵੰਡ ਦਿੱਤੇ। ਇਹ ਦਿਨ ਸਾਰਾ ਝਗੜੇ ਵਿੱਚ ਹੀ ਬੀਤਾ। ਰਾਤ ਨੂੰ ਭੋਜਨ ਛਕ ਕੇ ਸਾਰੇ ਸੌਂ ਗਏ। ਪ੍ਰਾਂਤਾ ਕਾਲ ਗੁਰੂ ਜੀ ਉੱਠ ਕੇ ਵੇਈ ਨਦੀ ਉੱਤੇ ਇਸ਼ਨਾਨ ਕਰਕੇ ਅਸਥਿਤ ਹੋ ਕੇ ਆਪਣੇ ਨਿਜ ਸਰੂਪ ਦੇ ਧਿਆਨ ਵਿੱਚ ਬੈਠੇ ਸਨ ਕਿ ਆਪ ਜੀ ਨੇ ਰੌਲਾ ਪੈਂਦਾ ਸੁਣਿਆ। ਇੱਕ ਖੱਤਰੀ ਗਊ ਨੂੰ ਲੈ ਕੇ ਨਦੀ ਤੋਂ ਪਾਰ ਲੰਘਣ ਵਾਸਤੇ ਆਇਆ ਸੀ। ਪੱਤਣ ਉੱਤੇ ਇੱਕ ਬ੍ਰਾਹਮਣ ਮਸੂਲੀਆ ਸੀ। ਉਹ ਖੱਤਰੀ ਤੋਂ ਗਊ ਨੂੰ ਬੇੜੀ ਤੇ ਚਾਹ ਨਦੀ ਤੋਂ ਪਾਰ ਕਰਨ ਦਾ ਮਸੂਲ ਮੰਗਦਾ ਸੀ, ਪਰ ਖੱਤਰੀ ਪਾਸ ਪੈਸੇ ਨਹੀਂ ਸਨ। ਬ੍ਰਾਹਮਣ ਮਸੂਲੀਏ ਵੱਲ ਵੇਖ ਕੇ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕਉ ਕਰ ਲਾਵੇ, ਗੋਬਰ ਤਰਨ ਨ ਜਾਏ, ਤੋਤੀ ਟਿੱਕਾ ਤੈ ਜਮ ਪਾਲੀ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕਉ ਕਰ ਲਾਵੇ, ਗੋਬਰ ਤਰਨ ਨ ਜਾਏ, ਤੋਤੀ ਟੀਕਾ ਤੈ ਜਪ ਮਾਲੀ। ਧਾਨ ਮਲੇਛਾ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾ, ਸੰਜਮ ਤੁਰਕਾ ਭਾਈ। ਛੋਡੀਲੇ ਪਾਖੰਡਾ, ਨਾਮ ਲਈਏ ਜਹ ਤਰੰਦਾ, ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਏ ਨੀ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ। ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਮੱਥੇ ਕਾ ਤੇੜ ਤੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵਹਿ ਪਰਵਾਨ, ਮਲੇਸ਼ ਤਾਨ ਲੈ ਪੂਜੇ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਪਿਟਵੇ ਮਤ ਪਿੱਟੇ, ਇਹ ਅਨ ਅਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੁੱਲੀ ਪਰੇਨ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਸਤਿਗੁਰੂ ਜੀ ਤੋਂ ਇਹ ਤਰਕ ਸਹਿਤ ਉਪਦੇਸ਼ ਸੁਣ ਕੇ ਬ੍ਰਾਹਮਣ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਕਿ ਮੈਂ ਭੁੱਲਾ ਹੋਇਆ ਸਾਂ, ਤੁਸਾਂ ਰਸਤੇ ਪਾ ਦਿੱਤਾ ਹੈ। ਧਨ ਦੇ ਲਾਲਚ ਕਰਕੇ ਮੇਰਾ ਮਨ ਭਰ ਗਿਆ ਹੈ। ਸਤਿਗੁਰੂ ਜੀ ਨੇ ਉਸ ਦੇ ਪਛਤਾਪ ਅਤੇ ਪ੍ਰੇਮਮਈ ਬੇਨਤੀ ਸੁਣ ਕੇ ਉਸ ਦੇ ਮੋਹ ਮਾਇਆ ਦੇ ਬੰਧਨ ਕੱਟ ਦਿੱਤੇ। ਉਪਰੰਤ ਗੁਰੂ ਜੀ ਉੱਤੋਂ ਉੱਠ ਕੇ ਉਜਾੜ ਵਿੱਚ ਜਾ ਬੈਠੇ। ਫਿਰ ਗੁਰੂ ਜੀ ਨੇ ਘਰ ਆਉਣਾ ਛੱਡ ਦਿੱਤਾ। ਸਾਰਾ ਦਿਨ ਬਾਹਰ ਹੀ ਬਤੀਤ ਕਰਦੇ। ਇੱਧਰ ਮੂਲ ਚੰਦ ਵਾਪਸ ਘਰ ਜਾਣ ਵਾਸਤੇ ਤਿਆਰ ਹੋ ਕੇ ਕਹਿਣ ਲੱਗਾ, ਹੇ ਮੇਰੀ ਪੁੱਤਰੀ ਸੁਲੱਖਣੀ, ਹੁਣ ਤੇਰੇ ਇੱਥੇ ਰਹਿਣ ਦਾ ਕੋਈ ਕੰਮ ਨਹੀਂ ਹੈ। ਤੇਰਾ ਪਤੀ ਤਾਂ ਫਕੀਰ ਹੋ ਗਿਆ ਹੈ, ਹੋਰ ਤੇਰਾ ਨਿਰਵਾਹ ਕੌਣ ਕਰੇਗਾ? ਤੂੰ ਮੇਰੇ ਨਾਲ ਘਰ ਚਲੀ ਚੱਲ, ਉੱਥੇ ਤੇਰੀ ਗੁਜ਼ਾਰਨ ਹੋ ਜਾਏਗੀ। ਪਰ ਬੇਬੇ ਨਾਨਕੀ ਜੀ ਨੇ ਕਿਹਾ, ਇਹ ਗੱਲ ਨਹੀਂ ਬਣਦੀ। ਮੈਂ ਆਪਣੀ ਭਰਜਾਈ ਨੂੰ ਕਿਉਂ ਪੇਕੇ ਜਾਣ ਦੇਵਾਂ? ਭਰਾ ਜੀ ਘਰੋਂ ਚਲੇ ਗਏ ਹਨ, ਦੂਜੇ ਭਰਜਾਈ ਜੀ ਵੀ ਚਲੀ ਗਈ ਤਾਂ ਮੇਰੇ ਮਨ ਨੂੰ ਧੀਰਜ ਕਿਸ ਤਰ੍ਹਾਂ ਆਵੇਗੀ? ਮੈਂ ਆਪਣਾ ਮਨ ਕਿਸ ਨਾਲ ਪਰਚਾਵਾਂਗੀ? ਚੰਦੋ ਰਾਣੀ ਨੇ ਆਖਿਆ, ਬੇਬੇ ਜੀ ਇਹ ਇੱਥੇ ਕਿਸ ਆਸਰੇ ਰਹੇ?
ਜਿਸ ਦਾ ਪਤੀ ਫਕੀਰ ਹੋਇਆ ਹੋਵੇ ਉਹ ਧੀਰਜ ਕਿਸ ਤਰ੍ਹਾਂ ਧਰੇਗੀ। ਇੱਥੇ ਇਸ ਦਾ ਰਹਿਣਾ ਠੀਕ ਨਹੀਂ ਹੈ। ਇੱਥੇ ਨਾ ਇਸ ਦੀ ਸੱਸ ਹੈ ਨਾ ਸਹੁਰਾ ਹੈ ਜਿਸ ਦੇ ਪਾਸ ਇਹ ਦਿਨ ਬਤੀਤ ਕਰੇ। ਛੋਟੇ ਛੋਟੇ 2 ਬੱਚੇ ਹਨ, ਇਹਨਾਂ ਦੀ ਸੁੱਧ ਲੈਣ ਵਾਲਾ ਕੋਈ ਕੌਣ ਹੈ। ਮੈਂ ਆਪਣੇ ਘਰ ਲੈ ਜਾ ਕੇ ਇਹਨਾਂ ਦੀ ਪਾਲਣਾ ਕਰਾਂਗੀ। ਵੱਡੇ ਹੋ ਜਾਣਗੇ ਤਾਂ ਕਮਾਈ ਕਰਕੇ ਆਪਣੀ ਮਾਂ ਨੂੰ ਸੁਖੀ ਕਰ ਦੇਣਗੇ। ਬੇਬੇ ਨਾਨਕੀ ਜੀ ਨੇ ਕਿਹਾ, ਮਾਸੀ ਜੀ ਤੂੰ ਸਿਆਣੀ ਹੈ, ਵਿਚਾਰ ਕਰਕੇ ਵੇਖ ਕਿ ਭਰਾਤਾ ਜੀ ਪਰਮੇਸ਼ਰ ਦਾ ਰੂਪ ਹਨ। ਉਹਨਾਂ ਦੇ ਕੌਤਕ ਸੰਸਾਰ ਤੋਂ ਵੱਖਰੇ ਹਨ। ਹੋਰ ਕਿਸੇ ਦੇ ਇਹ ਅਚਰਜ ਕੰਮ ਨਹੀਂ ਹੋ ਸਕਦੇ। ਸਭ ਕੁਝ ਲੁਟਾ ਪੁਟਾ ਕੇ ਵੀ ਲੇਖੇ ਵਿੱਚ ਵਾਧਾ ਨਿਕਲ ਰਹੇ। 3 ਦਿਨ ਨਦੀ ਵਿੱਚ ਗੁੰਮ ਰਹਿ ਕੇ ਫੇਰ ਸਹੀ ਸਲਾਮਤ ਆ ਗਏ। ਮਸੀਤ ਵਿੱਚ ਕਾਜੀ ਤੇ ਨਵਾਬ ਨੂੰ ਅਚੰਭਾ ਕਰਕੇ ਵਿਖਾਇਆ। ਉਹ ਸਧਾਰਨ ਮਨੁੱਖ ਨਹੀਂ, ਉਹਨਾਂ ਤੇ ਦੋਸ਼ ਲਾਉਣੇ ਠੀਕ ਨਹੀਂ ਹਨ। ਭਰਜਾਈ ਨੂੰ ਇੱਥੇ ਰਹਿਣ ਦਿਓ, ਉਦਾਸ ਹੋਵੇਗੀ ਤਾਂ ਤਲਵੰਡੀ ਭੇਜ ਦਿਆਂਗੇ। ਜਦ ਮੂਲੇ ਤੇ ਚੰਦੋ ਰਾਣੀ ਨੇ ਇਹ ਗੱਲ ਨਾ ਮੰਨੀ ਤਾਂ ਨਾਨਕੀ ਜੀ ਨੇ ਆਖਿਆ, ਮਾਸੀ ਜੀ ਫਿਰ ਤੁਸੀਂ ਸ੍ਰੀ ਚੰਦ ਨੂੰ ਸਾਡੇ ਪਾਸ ਰਹਿਣ ਦਿਓ। ਇਸ ਨੂੰ ਮਿਲਣ ਦੇ ਬਹਾਨੇ ਤੁਹਾਡਾ ਇੱਥੇ ਆਉਣਾ ਜਾਣਾ ਬਣਿਆ ਰਹੇਗਾ। ਲਖਮੀ ਦਾਸ ਤੇ ਇਹਨਾਂ ਦੀ ਮਾਤਾ ਲੈ ਜਾਵੋ। ਇਹ ਗੱਲ ਮੰਨ ਕੇ ਚੰਦੋ ਰਾਣੀ ਤੇ ਸ਼੍ਰੀ ਸੁਲੱਖਣੀ ਜੀ ਨੂੰ ਤਿਆਰ ਕਰ ਲਿਆ। ਸੁਲੱਖਣੀ ਜੀ ਤਿਆਰ ਹੋ ਕੇ ਬੜੇ ਪ੍ਰੇਮ ਨਾਲ ਬੇਬੇ ਨਾਨਕੀ ਜੀ ਨੂੰ ਮਿਲੀ ਤੇ ਆਪਣੇ ਮਾਤਾ ਪਿਤਾ ਨਾਲ ਲਖਮੀ ਦਾਸ ਨੂੰ ਨਾਲ ਲੈ ਕੇ ਵਿਦਾ ਹੋ ਗਈ। ਸ੍ਰੀ ਚੰਦ ਜੀ ਆਪਣੀ ਭੂਆ ਪਾਸ ਸੁਲਤਾਨਪੁਰ ਹੀ ਰਿਹਾ। ਮਰਦਾਨਾ ਸੁਲਤਾਨਪੁਰ ਆਇਆ। ਭਾਈ ਬਾਲਾ ਜੀ ਨੇ ਦੱਸਿਆ, ਮਹਾਰਾਜ ਜਦ ਗੁਰੂ ਨਾਨਕ ਜੀ ਦੀਆਂ ਇਹਨਾਂ ਕੌਤਕਾਂ ਦੀਆਂ ਗੱਲਾਂ ਤਲਵੰਡੀ ਮਹਿਤਾ ਕਾਲੂ ਜੀ ਨੇ ਸੁਣੀਆਂ ਤਾਂ ਉਹਨਾਂ ਨੇ ਮਰਦਾਨੇ ਨੂੰ ਪਤਾ ਕਰਨ ਵਾਸਤੇ ਭੇਜਿਆ। ਮਰਦਾਨਾ ਤਿਆਰ ਹੋ ਕੇ ਸੁਲਤਾਨਪੁਰ ਬੇਬੇ ਨਾਨਕੀ ਜੀ ਪਾਸ ਪਹੁੰਚ ਗਿਆ। ਮਰਦਾਨੇ ਨੇ ਬੇਬੇ ਜੀ ਨੂੰ ਦੱਸਿਆ ਕਿ ਮਹਿਤਾ ਜੀ ਗੁਰੂ ਨਾਨਕ ਜੀ ਦੀਆਂ ਮੋਦੀ ਖਾਨਾ ਲੁਟਾ ਦੇਣ ਦੀਆਂ ਅਤੇ ਫਕੀਰੀ ਭੇਖ ਬਣਾ ਕੇ ਮਸਾਣਾ ਵਿੱਚ ਬੈਠਣ ਦੀਆਂ ਗੱਲਾਂ ਸੁਣ ਕੇ ਬਹੁਤ ਚਿੰਤਾ ਕਰ ਰਹੇ ਹਨ। ਉਹਨਾਂ ਨੇ ਮੈਨੂੰ ਤੁਹਾਡੇ ਪਾਸ ਪਤਾ ਕਰਨ ਵਾਸਤੇ ਭੇਜਿਆ ਹੈ, ਸੋ ਤੁਸੀਂ ਦੱਸੋ ਕਿ ਇਹ ਗੱਲਾਂ ਠੀਕ ਹਨ ਜਾਂ ਗਲਤ। ਬੇਬੇ ਨਾਨਕੀ ਜੀ ਨੇ ਕਿਹਾ, ਮਰਦਾਨਾ ਇਹ ਸਾਰੀਆਂ ਗੱਲਾਂ ਠੀਕ ਹਨ, ਪਰ ਤੂੰ ਗੁਰੂ ਨਾਨਕ ਜੀ ਨੂੰ ਜੋ ਬਾਹਰ ਉਜਾੜ ਵਿੱਚ ਬੈਠੇ ਹਨ ਜਾ ਕੇ ਪੁੱਛ ਅਤੇ ਜੋ ਪਾਸੋਂ ਸੁਣੇਗਾ ਜਾਂ ਉਹਨਾਂ ਨੂੰ ਵੇਖੇਗਾ ਉਹ ਤਲਵੰਡੀ ਪਿਤਾ ਜੀ ਨੂੰ ਦੱਸ ਦੇਵੀਂ। ਉਪਰੰਤ ਮਰਦਾਨਾ ਪ੍ਰਸ਼ਾਦ ਪਾਣੀ ਛਕ ਕੇ ਉਜਾੜ ਵਿੱਚ ਗੁਰੂ ਜੀ ਪਾਸ ਚਲਾ ਗਿਆ ਅਤੇ ਨਮਸਕਾਰ ਕਰਕੇ ਲੱਗਾ, ਜਜਮਾਨ ਤੁਸੀਂ ਤਾਂ ਸੱਚਮੁੱਚ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਹੈ। ਮੋਦੀ ਖਾਨੇ ਦੀ ਐਨੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਬੈਠਣਾ ਕੋਈ ਸਿਆਣਪ ਨਹੀਂ ਹੈ। ਸੁੱਖ ਸਾਧਨਾ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਕੋਈ ਦਨਾਈ ਨਹੀਂ। ਘਰ-ਬਾਰ ਤੇ ਇਸਤਰੀ ਪੁੱਤਰਾਂ ਨੂੰ ਛੱਡ ਕੇ ਉਜਾੜ ਵਿੱਚ ਬੈਠ ਕੇ ਤੁਹਾਡਾ ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ। ਕੀ ਮੋਦੀ ਖਾਨੇ ਵਿੱਚੋਂ ਕੁਝ ਘਾਟਾ ਪੈ ਗਿਆ ਜਾਂ ਨਵਾਬ ਨੇ ਹੀ ਜਵਾਬ ਦੇ ਦਿੱਤਾ ਹੈ। ਮਰਦਾਨੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਮਰਦਾਨਿਆ ਪਹਿਲੀ ਵਾਰ ਸਾਨੂੰ ਮਿਲਿਆ ਸੀ ਤਾਂ ਅਸਾਂ ਤੈਨੂੰ ਰਬਾਬ ਵਜਾਉਣ ਦਾ ਗੁਣ ਦਿੱਤਾ ਸੀ, ਜਿਸ ਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ। ਉਹ ਜੇ ਸਮੇਂ ਵਾਸਤੇ ਤੈਨੂੰ ਗੁਣ ਦਿੱਤਾ ਸੀ ਸੋ ਹੁਣ ਆ ਹੈ। ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਹੈ। ਤੂੰ ਹੁਣ ਰਾਤ ਦਿਨ ਸਾਡੇ ਪਾਸ ਹੀ ਰਹੋ। ਇਹ ਜਗਤ ਸੁਪਨਾ ਹੈ, ਇਸ ਦੇ ਸਭ ਪਦਾਰਥ ਝੂਠੇ ਹਨ। ਜਦ ਜੀਵ ਨੂੰ ਗਿਆਨ ਹੋ ਜਾਂਦਾ ਹੈ ਤਾਂ ਪਤਾ ਚੱਲ ਲੱਗਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਸੱਚੇ ਜਾਪਦੇ ਸਨ ਪਰ ਜਾਗਰਤ ਆਉਣ ਪਰ ਝੂਠੇ ਸਿੱਧ ਹੁੰਦੇ ਹਨ, ਤਿਵੇਂ ਹੀ ਇਹ ਜਗਤ ਅਗਿਆਨ ਕਰਕੇ ਜੋ ਸੱਚਾ ਜਾਪਦਾ ਹੈ ਗਿਆਨ ਹੋਣ ਕਰਕੇ ਝੂਠਾ ਸਿੱਧ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮਰਦਾਨੇ ਦੇ ਹਿਰਦੇ ਵਿੱਚ ਸੱਚਾ ਵੈਰਾਗ ਹੋ ਗਿਆ। ਉਸ ਨੇ ਖੁਸ਼ ਹੋ ਕੇ ਆਖਿਆ, ਮੈਨੂੰ ਜੋ ਹੁਕਮ ਕਰੋਗੇ ਮੈਂ ਖੁਸ਼ੀ ਨਾਲ ਉਸ ਦੀ ਪਾਲਣਾ ਕਰਾਂਗਾ। ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਖਿੱਚ ਲਿਆ ਹੈ। ਹੁਣ ਮੇਰੀਆਂ ਸਭ ਆਸਾਂ ਨਾਸ ਹੋ ਗਈਆਂ ਹਨ। ਮੇਰੇ ਮਨ ਨੂੰ ਜਗਤ ਦੇ ਵਿਚਾਰਾਂ ਤੋਂ ਸ਼ਾਂਤੀ ਆ ਗਈ ਹੈ ਅਤੇ ਹਿਰਦੇ ਵਿੱਚ ਅਨੇਕ ਪ੍ਰਕਾਰ ਦਾ ਆਨੰਦ ਉਪਜ ਗਿਆ ਹੈ। ਹੁਣ ਦੱਸੋ ਜਾਣਾ ਕਿੱਧਰ ਨੂੰ ਹੈ। ਗੁਰੂ ਜੀ ਨੇ ਕਿਹਾ, ਸਾਡਾ ਆਪਣਾ ਤਾਂ ਕੋਈ ਵਿਚਾਰ ਨਹੀਂ ਹੈ ਕਿ ਕਿੱਧਰ ਜਾਣਾ ਹੈ, ਪਰ ਜਿੱਧਰ ਕਰਤਾਰ ਲੈ ਜਾਏਗਾ ਉਧਰ ਹੀ ਤੂੰ ਸਾਡੇ ਨਾਲ ਖੁਸ਼ੀ ਨਾਲ ਚੱਲਣਾ। ਮਰਦਾਨੇ ਨੇ ਕਿਹਾ, ਪਿਤਾ ਜੀ ਮਾਤਾ ਜੀ ਨੇ ਮੈਨੂੰ ਤੁਹਾਡੀ ਖਬਰ ਲੈਣ ਵਾਸਤੇ ਭੇਜਿਆ ਹੈ। ਉਹ ਪਿੱਛੇ ਮੈਨੂੰ ਉਡੀਕਣਗੇ ਤੇ ਤੁਸੀਂ ਕਹਿੰਦੇ ਹੋ ਹੁਣ ਤੂੰ ਕਿਤੇ ਨਾ ਜਾ। ਇਹ ਗੱਲ ਕਿਵੇਂ ਬਣੇ। ਗੁਰੂ ਜੀ ਨੇ ਆਖਿਆ, ਮਰਦਾਨਿਆ ਤੂੰ ਜਿਵੇਂ ਚੰਗਾ ਸਮਝਦਾ ਹੈ ਤਿਵੇਂ ਕਰ। ਸਾਡੇ ਨਾਲ ਰਹਿਣਾ ਬੜਾ ਕਠਿਨ ਹੈ, ਕਿਉਂਕਿ ਜੋ ਆਪਣੀ ਤ੍ਰਿਸ਼ਨਾ ਦੀ ਅਗਨੀ ਨੂੰ ਸੰਤੋਖ ਦੇ ਪਾਣੀ ਨਾਲ ਬੁਝਾ ਸਕਦਾ ਉਹੀ ਸਾਡੇ ਨਾਲ ਰਹਿ ਸਕਦਾ ਹੈ। ਰੋਟੀ ਕੱਪੜਾ ਕਿਸ ਵੇਲੇ ਮਿਲੇਗਾ ਤੇ ਕਿਸ ਵੇਲੇ ਨਹੀਂ ਮਿਲੇਗਾ, ਫਿਰ ਦੁਖੀ ਹੋਵੇਗਾ। ਜੇ ਤੈਨੂੰ ਪਦਾਰਥ ਭੋਗਣ ਦੀ ਇੱਛਾ ਹੈ ਤਾਂ ਪਿਤਾ ਕਾਲੂ ਜੀ ਪਾਸ ਚਲਿਆ ਜਾ। ਪਰਿਵਾਰ ਦੇ ਸੁੱਖ ਤੇ ਪਦਾਰਥ ਘਰ ਵਿੱਚ ਮਿਲ ਸਕਦੇ ਹਨ। ਸਾਡੇ ਨਾਲ ਰਹਿਣਾ ਤਦ ਹੀ ਪਸੰਦ ਕਰਨਾ
ਜੇਕਰ ਤੈਨੂੰ ਉਜਾੜਾਂ ਵਿੱਚ ਨੰਗੇ ਰਹਿਣਾ, ਭੁੱਖੇ ਰਹਿਣਾ ਪ੍ਰਵਾਨ ਹੋਵੇ। ਮਰਦਾਨੇ ਨੇ ਕਿਹਾ, ਹੇ ਪ੍ਰਭੂ, ਹੁਣ ਮੇਰੀ ਤ੍ਰਿਸ਼ਨਾ ਮਨ ਤੋਂ ਮੁੱਕ ਗਈ ਹੈ। ਘਰ-ਬਾਰ ਆਉਣ ਜਾਣ ਦੀ ਆਸਾ ਮਿਟ ਗਈ ਹੈ। ਤੁਹਾਡੇ ਬਰਾਬਰ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹੁਣ ਮੈਂ ਤੁਹਾਡੇ ਨਾਲ ਹੀ ਰਹਿਣ ਦਾ ਨਿਸ਼ਚਾ ਕਰ ਲਿਆ ਹੈ। ਮਰਦਾਨੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ, ਜਾ ਮਰਦਾਨਾ, ਸ਼ਹਿਰ ਤੋਂ ਵੇਖ ਕੇ ਇੱਕ ਚੰਗਾ ਰਬਾਬ ਲੈ ਆ ਅਤੇ ਆਣ ਕੇ ਉਸ ਨੂੰ ਵਜਾ ਕੇ ਸਾਨੂੰ ਸੁਣਾ। ਮਰਦਾਨੇ ਕਿਹਾ, ਗੁਰੂ ਜੀ, ਮੈਂ ਕਦੀ ਰਬਾਬ ਨਹੀਂ ਵਜਾਇਆ ਅਤੇ ਨਾ ਹੀ ਕਦੀ ਗਾਇਆ ਹੈ। ਗੁਰੂ ਜੀ ਨੇ ਕਿਹਾ, ਤੂੰ ਸਾਡੇ ਪਾਸੋਂ ਜੋ ਪਹਿਲਾਂ ਗਾਉਣ ਵਜਾਉਣ ਦਾ ਗੁਣ ਲਿਆ ਸੀ, ਉਹ ਕਿੱਥੇ ਹੈ? ਮਰਦਾਨੇ ਨੇ ਕਿਹਾ, ਗੁਰੂ ਜੀ, ਉਹ ਮੇਰੇ ਪਾਸ ਹੀ ਹੈ, ਮੈਂ ਉਸ ਨੂੰ ਵੇਚ ਕੇ ਨਹੀਂ ਖਾਧਾ। ਤਦ ਗੁਰੂ ਜੀ ਨੇ ਕਿਹਾ, ਠੀਕ ਹੈ, ਫੇਰ ਬਚਨ ਮੰਨ ਕੇ ਰਬਾਬ ਲੈ ਆ ਤੇ ਆਣ ਕੇ ਵਜਾ। ਮਰਦਾਨਾ ਹੁਕਮ ਮੰਨ ਕੇ ਸ਼ਹਿਰ ਵਿੱਚ ਚਲਾ ਗਿਆ ਅਤੇ ਉਸ ਨੇ ਵੇਖਿਆ ਕਿ ਢਾਡੀ ਪਠਾਨਾਂ ਨੂੰ ਗਾ ਵਜਾ ਕੇ ਸੁਣਾ ਰਿਹਾ ਹੈ। ਜਦ ਪਠਾਨ ਗਾਉਣਾ ਸੁਣ ਕੇ ਘਰ ਨੂੰ ਚਲਿਆ ਗਿਆ ਤਾਂ ਮਰਦਾਨੇ ਨੇ ਉਸ ਢਾਡੀ ਨੂੰ ਆਖਿਆ, ਹੇ ਭਲੇ, ਤੈਨੂੰ ਇੱਕ ਮਹਾਂਪੁਰਖ ਸੱਦਦਾ ਹੈ, ਤੂੰ ਮੇਰੇ ਨਾਲ ਚੱਲ। ਢਾਡੀ ਨੂੰ ਨਾਲ ਲੈ ਕੇ ਮਰਦਾਨਾ ਗੁਰੂ ਜੀ ਪਾਸ ਆ ਗਿਆ। ਗੁਰੂ ਜੀ ਅੱਖਾਂ ਮੀਟ ਕੇ ਸਮਾਧੀ ਵਿੱਚ ਬੈਠੇ ਸਨ। ਜਦ ਢਾਡੀ ਨੇ ਰਬਾਬ ਵਜਾਇਆ ਤਾਂ ਗੁਰੂ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਮਰਦਾਨੇ ਨੂੰ ਕਿਹਾ, ਮਰਦਾਨਾ, ਤੂੰ ਆਪ ਇਸ ਨੂੰ ਵਜਾ। ਹੁਕਮ ਮੰਨ ਕੇ ਜਦ ਮਰਦਾਨੇ ਨੇ ਰਬਾਬ ਵਜਾਇਆ ਤਾਂ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਮਿੱਛਾਂ ਵਿੱਚੋਂ ਰਸ ਚੋਣ ਲੱਗ ਪਿਆ ਅਤੇ ਪੰਛੀਆਂ ਨੂੰ ਪ੍ਰੇਮ ਉਪਜ ਪਿਆ। ਹਵਾ ਚੱਲਣੋਂ ਬੰਦ ਹੋ ਗਈ ਅਤੇ ਹੋਰ ਵੀ ਸਭ ਕੋਈ ਸੁਣਨ ਵਾਲਾ ਮੋਹਿਆ ਗਿਆ। ਜੜ ਚੇਤਨ ਹੋ ਗਏ ਤੇ ਚੇਤਨ ਜੜ ਹੋ ਗਏ। ਉਹ ਰਬਾਬ ਵਾਲਾ ਢਾਡੀ ਇਸ ਅਚਰਜ ਕੌਤਕ ਨੂੰ ਵੇਖ ਕੇ ਬੜਾ ਹੈਰਾਨ ਕੇ ਕਹਿਣ ਲੱਗਾ, ਮੈਂ ਬਹੁਤ ਦੇਸਾਂ ਦੇ ਢਾਡੀ ਵੇਖੇ ਹਨ, ਪਰ ਤੇਰੇ ਵਰਗਾ ਕੋਈ ਗੁਣਵਾਨ ਨਹੀਂ ਵੇਖਿਆ। ਤਦ ਗੁਰੂ ਜੀ ਨੇ ਪੁੱਛਿਆ, ਮਰਦਾਨਾ, ਦੱਸ, ਤੈਨੂੰ ਸਤਾਰ ਵਜਾਉਣ ਦਾ ਕੈਸਾ ਸੁੰਦਰ ਗੁਣ ਆ ਗਿਆ ਹੈ? ਮਰਦਾਨੇ ਨੇ ਕਿਹਾ, ਗੁਰੂ ਜੀ, ਮੈਂ ਇਸ ਮੂੰਹ ਨਾਲ ਆਪ ਜੀ ਦੀ ਕਿਵੇਂ ਉਸਤਤੀ ਕਰ ਸਕਦਾ ਹਾਂ? ਤੁਸੀਂ ਤਾਂ ਪੁਰਖ ਜਾਂ ਆਪ ਹੀ ਖੁਦਾ ਹੋ, ਜਿਨ੍ਹਾਂ ਦੇ ਬਚਨਾਂ ਨਾਲ ਮੈਨੂੰ ਐਸਾ ਗੁਣ ਆ ਗਿਆ ਹੈ। ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ। ਜੋ ਹੁਕਮ ਕਰੋ ਸੋਈ ਹੁਣ ਮੈਂ ਆਪਣਾ ਭਲਾ ਸਮਝ ਕੇ ਕਰਾਂਗਾ। ਗੁਰੂ ਜੀ ਨੇ ਆਖਿਆ, ਨਗਰ ਵਿੱਚ ਜਾਓ ਅਤੇ ਇੱਕ ਸੁੰਦਰ ਰਬਾਬ ਖਰੀਦ ਲਿਆਓ। ਮਰਦਾਨੇ ਨੇ ਬੇਨਤੀ ਕੀਤੀ, ਗੁਰੂ ਜੀ, ਮੈਨੂੰ ਮੁੱਲ ਦਿਓ, ਮੈਂ ਹੁਣ ਸ਼ਹਿਰ ਜਾ ਕੇ ਇੱਕ ਚੰਗਾ ਰਬਾਬ ਲੱਭ ਕੇ ਖਰੀਦ ਲਿਆਉਂਦਾ ਹਾਂ। ਗੁਰੂ ਜੀ ਨੇ ਕਿਹਾ, ਮੰਗਣਾ ਚੰਗਾ ਤਾਂ ਨਹੀਂ ਹੁੰਦਾ, ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਗੁਣਾਂ ਦੀ ਹਾਨੀ ਹੁੰਦੀ ਹੈ, ਪਰ ਤੂੰ ਬੇਬੇ ਨਾਨਕੀ ਜੀ ਪਾਸੋਂ ਰਬਾਬ ਖਰੀਦਣ ਵਾਸਤੇ ਸਾਡਾ ਨਾਮ ਲੈ ਕੇ ਮੁੱਲ ਲੈ ਲੈ। ਮਰਦਾਨੇ ਨੇ ਬੇਬੇ ਜੀ ਪਾਸੋਂ ਗੁਰੂ ਜੀ ਦਾ ਨਾਮ ਲੈ ਕੇ ਮੁੱਲ ਲੈ ਲਿਆ। ਬੇਬੇ ਜੀ ਨੇ ਕਿਹਾ, ਇੱਕ ਕੀ ਜੇ ਭਰਾ ਜੀ 7 ਰਬਾਬਾਂ ਦਾ ਮੁੱਲ ਆਖਣ ਤਾਂ ਮੈਂ ਉਹ ਵੀ ਦਿੰਦੀ ਹਾਂ। ਮੇਰੇ ਧਨ ਭਾਗ ਹਨ, ਭਰਾ ਜੀ ਨੇ ਇਹ ਸੇਵਾ ਦਿੱਤੀ ਹੈ। ਪਰ ਮਰਦਾਨਾ, ਭਰਾ ਜੀ ਨੂੰ ਕਹਿਣਾ ਕਿ ਇੱਕ ਵਾਰ ਮੈਨੂੰ ਦਰਸ਼ਨ ਦੇ ਜਾ। ਜਦ ਮਰਦਾਨੇ ਨੇ ਇਸੇ ਤਰ੍ਹਾਂ ਹੀ ਬੇਬੇ ਜੀ ਦਾ ਸੁਨੇਹਾ ਜਾ ਕੇ ਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰੂ ਜੀ ਉਸ ਸਮੇਂ ਹੀ ਉੱਠ ਕੇ ਤੁਰ ਪਏ ਅਤੇ ਮਰਦਾਨੇ ਦੇ ਨਾਲ ਸਹਿਜ ਸਹਿਜ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ। ਇਲਾਹੀ ਰਬਾਬ। ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ, ਜਦ ਗੁਰੂ ਨਾਨਕ ਜੀ ਆਪਣੀ ਭੈਣ ਜੀ ਦੇ ਘਰ ਪਹੁੰਚੇ ਤਾਂ ਬੇਬੇ ਜੀ ਨੇ ਬੜੇ ਆਦਰ ਨਾਲ ਆਪਣੇ ਵੀੜ ਨੂੰ ਸੁੰਦਰ ਪਲੰਘ ਉੱਤੇ ਬਿਠਾਇਆ ਅਤੇ ਬੜੀ ਖੁਸ਼ੀ ਮਨਾਈ। ਗੁਰੂ ਜੀ ਨੇ ਕਿਹਾ, ਭੈਣ ਜੀ, ਜਿਸ ਕਾਰਜ ਵਾਸਤੇ ਸਾਨੂੰ ਬੁਲਾਇਆ ਹੈ ਉਹ ਹੁਕਮ ਕਰੋ। ਬੇਬੇ ਜੀ ਨੇ ਕਿਹਾ, ਭਰਾ ਜੀ, ਮੈਨੂੰ ਇਹੀ ਲਾਲਸਾ ਹੈ ਕਿ ਤੁਸੀਂ ਮੈਨੂੰ ਦਰਸ਼ਨ ਦਿੰਦੇ ਰਹੋ ਅਤੇ ਜਿਸ ਚੀਜ਼ ਦੀ ਲੋੜ ਹੋਏ ਉਹ ਮੇਰੇ ਤੋਂ ਮੰਗਵਾ ਲਿਆ ਕਰੋ। ਸਤਿਗੁਰੂ ਜੀ ਨੇ ਕਿਹਾ, ਬੇਬੇ ਜੀ, ਤੁਸੀਂ ਜਦ ਵੀ ਸਾਨੂੰ ਯਾਦ ਕਰੋਗੇ, ਭਾਵੇਂ ਦੂਰ ਹੋਵੀਏ ਤੇ ਭਾਵੇਂ ਨੇੜੇ, ਅਸੀਂ ਸ਼ੀਘਰ ਹੀ ਤੁਹਾਡੇ ਪਾਸ ਪਹੁੰਚ ਜਾਇਆ ਕਰਾਂਗੇ। ਬੇਬੇ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਈ ਅਤੇ ਰਸੋਈਏ ਪਾਸੋਂ ਚੰਗੇ ਭੋਜਨ ਤਿਆਰ ਕਰਵਾਏ। ਮਰਦਾਨੇ ਨੂੰ ਭੇਜ ਕੇ ਗੁਰੂ ਜੀ ਨੇ ਮੈਨੂੰ ਵੀ ਸੱਦ ਲਿਆ। ਉਸ ਸਮੇਂ ਜੈ ਰਾਮ ਜੀ ਪਾਸ ਬੈਠਾ ਸਾਂ। ਜਦ ਘਰ ਪਹੁੰਚਿਆ ਤਾਂ ਬੇਬੇ ਜੀ ਨੇ ਸਾਨੂੰ ਤਿੰਨਾਂ ਨੂੰ ਬੜੇ ਚੰਗੇ ਭੋਜਨ ਪਰੋਸ ਕੇ ਛਕਾਏ। ਭੋਜਨ ਛਕ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਤੂੰ ਸ਼ਹਿਰ ਵਿੱਚੋਂ ਚੰਗੀ ਜਿਹੀ ਰਬਾਬ ਲੱਭ ਕੇ ਮੁੱਲ ਲਿਆ। ਮੈਂ ਗੁਰੂ ਜੀ ਪਾਸੋਂ ਜਦ ਘਰ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ, ਬਾਲਾ, ਤੂੰ ਨਾਰਾਜ਼ ਹੋ ਗਿਆ ਹੈ, ਤੈਨੂੰ ਜੇ ਚੀਜ਼ ਦੀ ਲੋੜ ਹੈ ਤਾਂ ਲੈ ਲੈ। ਮੈਂ ਕਿਹਾ, ਗੁਰੂ ਜੀ, ਮੈਨੂੰ ਇਹ ਵਰ ਦਿਓ ਕਿ ਤੁਸੀਂ ਮੇਰੇ ਹਿਰਦੇ ਵਿੱਚ ਸਦਾ ਵਸਦੇ ਰਹੋ। ਦੂਜੇ ਇਹ ਕਿ ਤੁਹਾਡੇ ਕੌਤਕ ਵੇਖ ਕੇ ਮੇਰਾ ਮਨ ਨਾ ਭਰਮੇ। ਗੁਰੂ ਜੀ ਨੇ ਕਿਹਾ, ਜੋ ਤੇਰੀ ਇੱਛਾ ਹੈ
ਉਹੀ ਹੋਵੇਗਾ। ਉਪਰੰਤ ਮੈਂ ਤਲਵੰਡੀ ਚਲਾ ਗਿਆ ਅਤੇ ਪਿੱਛੋਂ ਜੋ ਕੌਤਕ ਹੋਏ ਸੋ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ। ਭੈਣ ਜੀ ਦੇ ਘਰੋਂ ਉੱਠ ਕੇ ਗੁਰੂ ਜੀ ਫੇਰ ਉਜਾੜ ਵਿੱਚ ਜਾ ਬੈਠੇ। ਮਰਦਾਨਾ ਰਬਾਬ ਲੈਣ ਨਗਰ ਵਿੱਚ ਗਿਆ, ਪਰ ਉਸ ਨੂੰ ਕਰਾਈਏ ਦਾ ਮਰਾਸੀ ਆਖ ਕੇ ਕੋਈ ਵੀ ਰਬਾਬ ਨਾ ਦੇਵੇ। ਮਰਦਾਨੇ ਨੇ ਸਭ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ। ਗੁਰੂ ਜੀ ਨੇ ਕਿਹਾ, ਜਿਨ੍ਹਾਂ ਨੇ ਤੈਨੂੰ ਇਸ ਤਰ੍ਹਾਂ ਦੇ ਮਾੜੇ ਬਚਨ ਕਹੇ ਹਨ ਉਹ ਅੰਤ ਨੂੰ ਪਛਤਾਉਣਗੇ। ਤੂੰ ਚਿੰਤਾ ਨਾ ਕਰ, ਹੁਣ ਤੂੰ ਕਿਸੇ ਦੂਸਰੀ ਜਗ੍ਹਾ ਤੋਂ ਰਬਾਬ ਲਿਆ। ਮਰਦਾਨੇ ਨੇ ਕਿਹਾ, ਗੁਰੂ ਜੀ ਜਿਸ ਜਗ੍ਹਾ ਆਖੋ ਉੱਥੇ ਹੀ ਜਾਵਾਂ। ਗੁਰੂ ਜੀ ਨੇ ਕਿਹਾ, ਨਗਰ ਵੱਲ ਨਾ ਜਾਵੀਂ ਤੇ ਉਜਾੜ ਪਾਸੇ ਚਲਿਆ ਜਾ। 2 ਨਦੀਆਂ ਦੇ ਵਿਚਾਲੇ ਜਿਹੜਾ ਪਿੰਡ ਆਵੇ ਉੱਥੇ ਫਿਰਦਾ ਰਬਾਬੀ ਪੁੱਛ ਕੇ ਉਸ ਪਾਸੋਂ ਰਬਾਬ ਲਿਆ। ਜੇ ਉਹ ਰਬਾਬ ਨਾ ਆਵੇ ਤਾਂ ਉਸ ਅੱਗੇ ਸਾਡਾ ਨਾਮ ਲੈਣਾ। ਮਰਦਾਨੇ ਨੇ ਕਿਹਾ, ਜੀ ਰਬਾਬ ਦਾ ਮੁੱਲ ਵੀ ਚਾਹੀਦਾ ਹੈ। ਗੁਰੂ ਜੀ ਆਖਿਆ, ਮੁੱਲ ਬੇਬੇ ਜੀ ਪਾਸੋਂ ਜਾ ਕੇ ਲੈ ਆਓ। ਮਰਦਾਨਾ ਬੇਬੇ ਜੀ ਪਾਸੋਂ 7 ਰੁਪਏ ਲੈ ਕੇ ਜਿਸ ਪਾਸੇ ਗੁਰੂ ਜੀ ਨੇ ਸਮਝਾਇਆ ਸੀ ਉਧਰ ਤੁਰ ਪਿਆ ਅਤੇ ਤੀਸਰੇ ਦਿਨ ਉਸ ਪਿੰਡ ਪਹੁੰਚ ਗਿਆ। ਪਿੰਡ ਵਿੱਚ 2 ਦਿਨ ਮਰਦਾਨਾ ਫਿਰਦੇ ਰਬਾਬੀ ਦਾ ਘਰ ਪੁੱਛਦਾ ਰਿਹਾ, ਪਰ ਜਦ ਕੋਈ ਪਤਾ ਨਾ ਲੱਗਾ ਤਾਂ ਥੱਕ ਕੇ ਉਦਾਸ ਹੋ ਕੇ ਬਾਹਰ ਬ੍ਰਿਛ ਹੇਠਾਂ ਜਾ ਬੈਠਾ। ਕੁਝ ਚਿਰ ਪਿੱਛੋਂ ਉੱਥੇ ਇੱਕ ਆਦਮੀ ਆ ਗਿਆ। ਉਸ ਨੇ ਪੁੱਛਿਆ ਕਿ ਤੂੰ ਚਿੰਤਾ ਤੁਰ ਕਿਉਂ ਹੈ, ਮੈਨੂੰ ਆਪਣਾ ਮਨੋਰਥ ਦੱਸ। ਮਰਦਾਨੇ ਨੇ ਆਪਣਾ ਨਾਮ ਤੇ ਪਤਾ ਦੱਸ ਕੇ ਆਖਿਆ ਕਿ ਮੈਨੂੰ ਸ਼੍ਰੀ ਨਾਨਕ ਵੇਦੀ ਨੇ ਫਿਰੰਦੇ ਰਬਾਬੀ ਪਾਸੋਂ ਰਬਾਬ ਲੈਣ ਭੇਜਿਆ ਹੈ। ਮੈਂ ਉਸ ਨੂੰ ਲੱਭਦਾ ਹਾਂ ਪਰ ਉਹ ਮਿਲਿਆ ਨਹੀਂ। ਉਸ ਨੇ ਕਿਹਾ, ਮੇਰਾ ਨਾਮ ਹੀ ਫਿਰੰਦਾ ਹੈ, ਮੇਰੇ ਪਾਸ ਹੀ ਨਾਨਕ ਵੇਦੀ ਨੇ ਤੈਨੂੰ ਭੇਜਿਆ ਹੈ, ਤੂੰ ਰਬਾਬ ਲੈ ਕੇ ਉਹਨਾਂ ਪਾਸ ਚਲਿਆ ਜਾ। ਫਿਰੰਦੇ ਨੇ ਉਸੇ ਸਮੇਂ ਇੱਕ ਸੁੰਦਰ ਰਬਾਬ ਆਪਣੇ ਪਾਸੋਂ ਮਰਦਾਨੇ ਨੂੰ ਦੇ ਦਿੱਤਾ। ਜਿਸ ਨੂੰ ਵੇਖ ਮਰਦਾਨਾ ਬੜਾ ਖੁਸ਼ ਹੋ ਕੇ ਕਹਿਣ ਲੱਗਾ, ਰਬਾਬ ਬੜਾ ਸੁੰਦਰ ਹੈ, ਇਸ ਦਾ ਮੁੱਲ ਲੈ ਲਵੋ। ਫਿਰੰਦੇ ਨੇ ਕਿਹਾ, ਇਸ ਦਾ ਮੁੱਲ ਤੁਹਾਡੇ ਪਾਸ ਨਹੀਂ ਹੈ ਅਤੇ ਨਾ ਇਸ ਦਾ ਮੁੱਲ ਮੈਂ ਆਪਣੇ ਮੁਕਤੀ ਦਾਤੇ ਤੋਂ ਲੈਣਾ ਹੈ। ਮਰਦਾਨੇ ਨੇ ਕਿਹਾ, ਇਸ ਦਾ ਮੁੱਲ ਤੁਸੀਂ ਕਿਉਂ ਨਹੀਂ ਲੈਣਾ, ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਦੱਸੋ। ਫਿਰੰਦੇ ਨੇ ਦੱਸਿਆ ਕਿ ਇਹ ਰਬਾਬ ਮਾਤ ਲੋਕ ਦਾ ਨਹੀਂ ਹੈ, ਇਸ ਨੂੰ ਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਅੱਗੇ ਵਜਾਉਣਾ ਨਹੀਂ ਹੈ। ਚੱਲ ਮੈਂ ਤੇਰੇ ਨਾਲ ਚੱਲ ਕੇ ਗੁਰੂ ਨਾਨਕ ਜੀ ਦੇ ਦਰਸ਼ਨ ਕਰਦਾ ਹਾਂ। ਜਦ ਦੋਵੇਂ ਜਣੇ ਗੁਰੂ ਜੀ ਪਾਸ ਆ ਗਏ ਤਾਂ ਗੁਰੂ ਜੀ ਨੇ ਪੁੱਛਿਆ, ਮਰਦਾਨਾ ਇੰਨੀ ਦੇਰ ਕਿਉਂ ਲਾਈ ਹੈ। ਮਰਦਾਨੇ ਨੇ ਕਿਹਾ, ਗੁਰੂ ਜੀ 3 ਦਿਨ ਜਾਂਦਿਆਂ ਤੇ 3 ਦਿਨ ਆਉਂਦਿਆਂ ਲੱਗੇ। 3 ਦਿਨ ਉੱਥੇ ਪਿੰਡ ਵਿੱਚ ਇਸ ਸੰਤ ਨੂੰ ਜੋ ਮੇਰੇ ਨਾਲ ਆਏ ਹਨ ਲੱਭਦਿਆਂ ਲੱਗੇ। ਫਿਰੰਦੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ ਇਹ ਸ਼੍ਰੇਸ਼ਟ ਰਬਾਬ ਤੁਹਾਨੂੰ ਪਹੁੰਚਾਉਣਾ ਸੀ, ਸੋ ਇਸ ਨੂੰ ਸੰਭਾਲ ਲਵੋ। ਦੂਸਰੇ ਤੁਹਾਡੇ ਦਰਸ਼ਨ ਦੀ ਇੱਛਾ ਸੀ, ਜੋ ਕਰਕੇ ਮੈਂ ਬਹੁਤ ਖੁਸ਼ ਹੋਇਆ ਹਾਂ। ਇਹ ਗੱਲ ਆਖ ਕੇ ਜਦ ਫਿਰੰਦੇ ਨੇ ਜਾਣ ਵਾਸਤੇ ਆਗਿਆ ਮੰਗੀ ਤਾਂ ਮਰਦਾਨਾ ਉਸ ਨੂੰ ਵਿਦਾ ਕਰਨ ਵਾਸਤੇ ਉਸ ਦੇ ਨਾਲ ਤੁਰਿਆ, ਪਰ ਥੋੜੀ ਦੂਰ ਜਾ ਕੇ ਹੀ ਫਿਰੰਦਾ ਦਿਸਣੋਂ ਹਟ ਗਿਆ, ਪਤਾ ਨਹੀਂ ਕਿੱਧਰ ਗਿਆ। ਮਰਦਾਨਾ ਬੜਾ ਹੈਰਾਨ ਹੋ ਕੇ ਵਾਪਸ ਮੁੜ ਆਇਆ। ਜਦ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆਂ ਉਸ ਨੂੰ ਕਿੱਥੇ ਤੱਕ ਛੱਡ ਆਇਆ ਹੈ ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ ਉਹ ਮੇਰੇ ਪਾਸੋਂ ਛਪਨ ਹੋ ਗਿਆ ਸੀ, ਮੈਨੂੰ ਤਾਂ ਦਿਸਿਆ ਹੀ ਨਹੀਂ, ਤੁਸੀਂ ਦੱਸੋ ਇਹ ਕੌਣ ਹੈ। ਗੁਰੂ ਜੀ ਨੇ ਕਿਹਾ, ਇਹ ਗੰਧਰਵ ਸੀ ਜੋ ਦੇਵ ਲੋਕ ਵਿੱਚ ਬੜੇ ਪ੍ਰੇਮ ਨਾਲ ਇਸ ਰਬਾਬ ਨਾਲ ਕੀਰਤਨ ਕਰਦਾ ਰਹਿੰਦਾ ਸੀ। ਇਸ ਨੂੰ ਬਹੁਤ ਸਮੇਂ ਤੋਂ ਸਾਨੂੰ ਇਹ ਰਬਾਬ ਦੇਣ ਦੀ ਇੱਛਾ ਸੀ ਜੋ ਉਸ ਨੇ ਦੇ ਦਿੱਤਾ। ਤੂੰ ਹੁਣ ਦੇਰ ਨਾ ਕਰ, ਇਸ ਨੂੰ ਛੇਤੀ ਵਜਾਉਣਾ ਕਰ। ਹੁਕਮ ਮੰਨ ਕੇ ਜਦ ਮਨੇ ਨੇ ਰਬਾਬ ਵਜਾਈ ਤਾਂ ਵਿੱਚੋਂ ਇਹ ਆਵਾਜ਼ ਆਈ, ਤੂੰ ਹੀ ਨਿਰੰਕਾਰ ਨਿਰੰਕਾਰ ਕਰਤਾਰ। ਇਸ ਸੁਰੀਲੀ ਆਵਾਜ਼ ਨੂੰ ਸੁਣ ਕੇ ਜੰਗਲ ਦੇ ਪਸ਼ੂ ਪੰਛੀ ਮਸਤ ਹੋ ਗਏ ਅਤੇ ਗੁਰੂ ਜੀ ਆਪ ਸਮਾਧੀ ਵਿੱਚ ਲੀਨ ਹੋ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਨ ਤੁਨ ਸ਼੍ਰੀ ਨਾਨਕ ਮਨ ਭਾਈ, ਲਗੀ ਸਮਾਧ ਅਖੰਡਾ, ਪਲਕਟੀ ਜੁਗ ਭਏ ਵਿਦੇਹਾ, ਸਵਾਸ ਦਸਮ ਦਰ ਮੰਡਾ, ਹੋ ਅਪੋਛ ਛੋ ਰਹੇ ਨਹਿ, ਤਿਨ ਕੋ ਬੀਤ ਗਏ ਦਿਨ ਦੋ, ਪਦਮਾਸਨ ਬੈਠੇ ਅਸ ਸੋਹਤ, ਜਿਵ ਸ਼ਿਵ ਕਲਮਲ ਖੋਊ। ਅਰਥਾਤ ਰਬਾਬ ਦੀ ਧੁਨੀ ਸੁਣ ਕੇ ਗੁਰੂ ਜੀ ਦੀ ਅਖੰਡ ਸਮਾਧੀ ਲੱਗ ਗਈ। ਇਸ ਅਟੁੱਟ ਸਮਾਧੀ ਵਿੱਚ ਆਪ ਜੀ ਨੂੰ 2 ਦਿਨ ਬੀਤ ਗਏ।